ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਜੋ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 262 ਤੇ ਅੰਕਿਤ ਜੋ ਸੁਖਮਨੀ ਸਾਹਿਬ ਜੀ ਦੀ ਵਿਆਖਿਆ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਅਸੀਂ ਕੰਟੀਨਿਊ ਕਰ ਰਹੇ ਹਾਂ। ਹੇ ਸੱਚੇ ਪਾਤਸ਼ਾਹ ਜੀ, ਵਿਆਖਿਆ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਣਗੀਆਂ, ਜਾਣ ਬੱਚੇ ਸਮਝ ਕੇ ਮਾਫ ਕਰਨਾ ਅਤੇ ਸ਼ੁੱਧ ਬਾਣੀ ਪੜ੍ਹਨ ਦੀ ਸੋਝੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। साध के संग सब कुल उधारे, साध संग साजन मीत कुटुम निस्तारे। ਸਾਧ ਕੇ ਸੰਗ ਸਭ ਕੁਲ ਉਤਾਰੇ। ਸਾਧੂ ਦੀ ਸੰਗਤ ਵਿੱਚ ਜੁੜਿਆ ਮਨੁੱਖ ਸਾਰੇ ਖਾਨਦਾਨ ਨੂੰ ਪਾਰ ਉਤਾਰ ਦਿੰਦਾ ਹੈ। ਸਾਰੀ ਕੁਲ ਖਾਨਦਾਨ ਹੀ ਉਸ ਦਾ ਤਰ ਜਾਂਦਾ ਹੈ। ਸਾਧ ਸੰਗ ਸਾਜਨ ਮੀਤ ਕੁਟੁਮ ਨਿਸਤਾਰੇ। ਸਾਧ ਦੀ ਸੰਗਤ ਕੀਤਿਆਂ ਸਾਜਨ ਮੀਤ ਕੁਟੁੰਬ, ਸਾਜਨ ਦੋਸਤ, ਮੀਤ ਮਿੱਤਰ, ਕੁਟੁੰਬ ਸਾਰਾ ਪਰਿਵਾਰ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਸਾਧੂ ਕੇ ਸੰਗ ਸੋ ਤਨ ਪਾਵੇ, ਜਿਸ ਤਨ ਤੇ ਸਭ ਕੋ ਵਰਸਾਵੇ। ਸਾਧੂ ਦੀ ਸੰਗਤ ਅੰਦਰ ਉਹ ਧਨ ਹਾਸਲ ਹੋ ਜਾਂਦਾ ਹੈ, ਸੋ ਧਨ ਪਾਵੇ, ਉਹ ਧਨ ਹਾਸਲ ਹੋ ਜਾਂਦਾ ਹੈ ਜਿਸ ਧਨ ਤੇ ਸਭ ਕੋ ਵਰਸਾਵੇ, ਜਿਸ ਧਨ ਤੋਂ ਹਰ ਕੋਈ ਲਾਭ ਉਠਾਉਂਦਾ ਹੈ। ਸਭ ਕੋ ਵਰਸਾਵੇ, ਹਰ ਕੋਈ ਲਾਭ ਉਠਾਉਂਦਾ ਹੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧ ਕੇ ਸੰਗ ਸੋਭਾ ਸੁਰ ਦੇਵਾ। ਸਾਧੂ ਸੰਗਤ ਵਾਲੇ ਮਨੁੱਖ ਦੀ ਧਰਮ ਰਾਜ ਵੀ ਸੇਵਾ ਕਰਦਾ ਹੈ। ਧਰਮ ਰਾਏ ਕਰੇ ਸੇਵਾ, ਧਰਮ ਰਾਜ ਵੀ ਸੇਵਾ ਕਰਦਾ ਹੈ। ਸਾਧੂ ਦੀ ਸੰਗਤ ਕੀਤਿਆਂ ਵੱਡੇ ਵੱਡੇ ਦੇਵਤੇ ਵੀ ਸੋਭਾ ਕਰਦੇ ਹਨ। ਸਾਧ ਕੇ ਸੰਗ ਸੋਭਾ ਸੁਰ ਦੇਵਾ ਵੱਡੇ ਵੱਡੇ ਦੇਵਤਾ ਵੀ ਸੋਭਾ ਕਰਦੇ ਹਨ, ਸ਼ਲਾਘਾ ਕਰਦੇ ਹਨ। ਸਾਧੂ ਕੇ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧੂ ਮਹਾਤਮਾ ਦੀ ਸੰਗਤ ਅੰਦਰ ਸਾਰੇ ਪਾਪ ਦੂਰ ਹੋ ਜਾਂਦੇ ਹਨ, ਪਲਾਇਨ ਦੂਰ ਹੋ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧ ਸੰਗਤ ਵਿੱਚ ਮਨੁੱਖ ਪ੍ਰਭੂ ਦੇ ਅੰਮ੍ਰਿਤ ਗੁਣ ਗਾਉਂਦਾ ਹੈ। ਅੰਮ੍ਰਿਤ ਗੁਣ ਗਾਇਨ, ਪ੍ਰਭੂ ਦੇ ਅੰਮ੍ਰਿਤ ਗੁਣ ਗਾਉਂਦਾ ਹੈ। ਸਾਧ ਕੇ ਸੰਗ ਸਰਬ ਥਾਨ ਗਮ, ਨਾਨਕ ਸਾਧ ਕੇ ਸੰਗ ਸਫਲ ਜਨਮ। ਸਾਧੂ ਦੀ ਸੰਗਤ ਵਿੱਚ ਸਭ ਥਾਈਂ ਪਹੁੰਚ ਹੋ ਜਾਂਦੀ ਹੈ। ਸਰਬ ਥਾਨ ਗਮ, ਸਭ ਥਾਈਂ ਗਮ, ਉੱਥੇ ਵੀ ਪਹੁੰਚ ਹੋ ਜਾਂਦੀ ਹੈ ਜਿੱਥੇ ਜਾਇਆ ਨਹੀਂ ਜਾ ਸਕਦਾ। ਸਭ ਥਾਈਂ ਪਹੁੰਚ ਹੋ ਜਾਂਦੀ ਹੈ। ਨਾਨਕ ਸਾਧ ਕੇ ਸੰਗ ਸਫਲ ਜਨਮ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਧੂ ਦੀ ਸੰਗਤ ਵਿੱਚ ਰਹਿਣ ਨਾਲ ਮਨੁੱਖਾ ਜੀਵਨ ਸਫਲਾ ਹੋ ਜਾਂਦਾ ਹੈ। ਸਾਧ ਕੇ ਸੰਗ ਨਹੀਂ ਕਛੂ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂ ਦੀ ਸੰਗਤ ਵਿੱਚ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਨਹੀਂ ਕਛੂ ਕਾਲ, ਮਿਹਨਤ ਨਹੀਂ ਕਰਨੀ ਪੈਂਦੀ। ਦਰਸ਼ਨ ਭੇਟਤ ਹੋਤ ਨਿਹਾਲ, ਕਿਉਂਕਿ ਸਾਧੂ ਦੇ ਦਰਸ਼ਨ ਕਰਨ ਨਾਲ ਹੀ ਮਨ ਪ੍ਰਸੰਨ ਹੋ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ। ਸਾਧ ਕੇ ਸੰਗ ਕਲੁਖਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ। ਸਾਧੂ ਦੀ ਸੰਗਤ ਵਿੱਚ ਕਲੁਖਤ ਪਾਪ ਕਲੰਕ, ਕਲੁਖਤ ਹੁੰਦਾ ਕਲੰਕ, ਉਹ ਦੂਰ ਹੋ ਜਾਂਦੇ ਹਨ। ਸਾਧ ਕੇ ਸੰਗ ਨਰਕ ਪਰ ਹਰੇ। ਸਾਧੂ ਦੀ ਸੰਗਤ ਸਦਕਾ ਨਰਕ ਵੀ ਦੂਰ ਹੋ ਜਾਂਦਾ ਹੈ। ਸਾਧ ਕੇ ਸੰਗ ਨਰਕ ਪਰ ਹਰੇ। ਸੰਤਾਂ ਦੇ ਸੰਗ ਕਰਕੇ ਨਰਕ ਵੀ ਦੂਰ ਹੋ ਜਾਂਦਾ ਹੈ। ਇਸ ਅਸ਼ਟਪਦੀ ਦੀ ਇਹ ਲਾਈਨ ਨੂੰ ਕਿ ਨਰਕ ਵੀ ਦੂਰ ਹੋ ਜਾਂਦਾ ਹੈ, ਇਸ ਨੂੰ ਵਿਆਖਿਆ ਕਰਦੀ ਇੱਕ ਸਾਖੀ ਹੈ ਰਾਜੇ ਜਨਕ ਦੀ। ਮਿਥਿਲਾਪੁਰੀ ਦਾ ਰਹਿਣ ਵਾਲੇ ਜੋ ਰਾਜਾ ਜਨਕ ਸਨ, ਉਹ ਇੱਕ ਦਿਨ ਸੈਰ ਕਰਦੇ ਕਰਦੇ ਜੰਮਪੁਰੀ ਪਹੁੰਚੇ, ਜਿੱਥੇ ਨਰਕਾਂ ਵਿੱਚ ਪਾਪੀ ਜੀਵ ਕੁਰਲਾਉਂਦੇ ਵੇਖ ਕੇ ਉਹਨਾਂ ਨੇ ਧਰਮਰਾਜ ਨੂੰ ਕਿਹਾ ਕਿ ਇਹਨਾਂ ਨੂੰ ਛੱਡ ਦਿਓ। ਤੇ ਅੱਗੋਂ ਧਰਮਰਾਜ ਨੇ ਕਿਹਾ ਕਿ ਇਹ ਤਾਂ ਪ੍ਰਭੂ ਦੇ ਹੁਕਮ ਅਨੁਸਾਰ ਆਪਣੇ ਪਾਪਾਂ ਦਾ ਫਲ ਭੋਗ ਰਹੇ ਹਨ। ਆਪ ਕੋਈ ਅਜਿਹੀ ਚੀਜ਼ ਦਿਓ, ਇਸ ਦੇ ਬਦਲੇ ਵਿੱਚ ਕੋਈ ਅਜਿਹੀ ਚੀਜ਼ ਦਿਓ ਕਿ ਜਿਸ ਨਾਲ ਇਹਨਾਂ ਦੇ ਪਾਪ ਖਤਮ ਹੋ ਜਾਣ ਤੇ ਇਹ ਨਰਕਾਂ ਤੋਂ ਨਿਕਲ ਜਾਣ। ਤਾਂ ਉਸੇ ਵੇਲੇ ਪਰਉਪਕਾਰੀ ਜੋ ਰਾਜਾ ਜਨਕ ਸੀ, ਉਸਨੇ ਤਕੜੀ ਦੇ ਇੱਕ ਪਾਸੇ ਆਪਣਾ ਕੀਤਾ ਹੋਇਆ ਸਾਰਾ ਸਿਮਰਨ ਪਾਇਆ, ਜੋ ਉਸਨੇ ਸਿਮਰਨ ਕੀਤਾ ਹੋਇਆ ਸੀ ਉਹ ਸਾਰਾ ਪਾਇਆ, ਅਤੇ ਦੂਸਰੇ ਪਾਸੇ ਉਹ ਸਾਰੇ ਜੀਵਾਂ ਦੇ ਪਾਪ ਪਾਏ ਤਾਂ ਉਸਨੂੰ ਤੋਲਿਆ ਤਕੜੀ ਦੇ ਵਿੱਚ। ਤੇ ਸਿਮਰਨ ਦੀ ਇੰਨੀ ਸ਼ਕਤੀ ਸੀ, ਸਿਮਰਨ ਦੀ ਸ਼ਕਤੀ ਨਾਲ ਸਾਰੇ ਜੀਵਾਂ ਦੇ ਪਾਪ ਖਤਮ ਹੋ ਗਏ। ਉਹਨਾਂ ਦੇ ਪਾਪ ਸਾਰੇ ਖਤਮ ਹੋ ਗਏ ਤੇ ਸਾਰੇ ਜੋ ਉਹਨਾਂ ਨੂੰ ਨਰਕ ਵਿੱਚ
ਉਹ ਕੁਰਲਾ ਰਹੇ ਸਨ, ਉਹਨਾਂ ਦਾ ਨਰਕ ਵਾਲਾ ਜੀਵਨ ਵੀ ਖਤਮ ਹੋ ਗਿਆ ਅਤੇ ਉਹ ਸਾਰੇ ਜੀਵ ਤਰ ਗਏ। ਇਸ ਕਰਕੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਸਾਧ ਦੀ ਸੰਗਤ ਕੀਤਿਆਂ ਨਰਕ ਵੀ ਦੂਰ ਹੋ ਜਾਂਦਾ ਹੈ। ਇਸ ਕਰਕੇ ਇਸ ਦਾ ਇੱਕ ਜ਼ਿਕਰ ਵੀ ਹੈ ਇੱਕ ਕਿਤਾਬ ਵਿੱਚ ਕਿ ਧੰਨ ਧੰਨ ਰਾਜਾ ਜਨਕ ਹੈ, ਜਿਸ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਕਿ ਉਸ ਦੇ ਸਿਮਰਨ ਸਦਕਾ, ਜੋ ਉਸਨੇ ਇੱਕ ਤੱਕੜੀ ਵਿੱਚ ਆਪਣਾ ਸਿਮਰਨ ਪਾਇਆ ਸੀ, ਤਾਂ ਉਹ ਸਾਰੇ ਜੀਵਾਂ ਦੇ ਪਾਪ ਜੋ ਹੈ ਉਸਦੇ ਦੂਸਰੀ ਤੱਕੜੀ ਵਿੱਚ ਜੋ ਪਾਏ ਸਨ ਖਤਮ ਹੋ ਗਏ। ਉਸਦੇ ਸਿਮਰਨ ਦੀ ਇੰਨੀ ਸ਼ਕਤੀ ਸੀ ਕਿ ਪਾਪੀ ਵੀ ਤਰ ਗਏ। ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਕੇ ਸੰਗ ਕਲੂਖਤ ਹਰੇ, ਸਾਧ ਕੇ ਸੰਗ ਨਰਕ ਪਰ ਹਰੇ। ਸਾਧ ਕੇ ਸੰਗ ਇਹਾ ਉਹਾ ਸੁਹੇਲਾ, ਸਾਧ ਸੰਗ ਵਿਛੁਤ ਹਰ ਮੇਲਾ। ਸਾਧੂ ਦੀ ਸੰਗਤ ਕਰਕੇ ਮਨੁੱਖ ਲੋਕ ਪਰਲੋਕ ਵਿੱਚ ਸੁਖੀ ਰਹਿੰਦਾ ਹੈ। ਇਹਾ ਉਹਾ ਲੋਕ ਵਿੱਚ ਵੀ ਅਤੇ ਪਰਲੋਕ, ਉਹਾ ਪਰਲੋਕ ਵਿੱਚ ਵੀ, ਲੋਕ ਪਰਲੋਕ ਵਿੱਚ ਸੁਖੀ ਰਹਿੰਦਾ ਹੈ। ਸਾਧ ਸੰਗ ਵਿਛੁਤ ਹਰ ਮੇਲਾ, ਸਾਧੂ ਦੀ ਸੰਗਤ ਕੀਤਿਆਂ ਵਿਛੜੇ ਹੋਏ ਜੀਵਾਂ ਦਾ ਪਰਮੇਸ਼ਵਰ ਨਾਲ ਮਿਲਾਪ ਹੋ ਜਾਂਦਾ ਹੈ। ਸਾਧ ਸੰਗ ਵਿਛੁਤ ਹਰ ਮੇਲਾ, ਜੋ ਵਿਛੜੇ ਹੋਏ ਜੀਵ ਹਨ ਉਹਨਾਂ ਦਾ ਪਰਮੇਸ਼ਵਰ ਨਾਲ ਮਿਲਾਪ ਹੋ ਜਾਂਦਾ ਹੈ। ਜੋ ਇੱਛੇ ਸੋਈ ਫਲ ਪਾਵੇ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਸਾਧੂ ਦੀ ਸੰਗਤ ਦੇ ਕਰਨ ਦੇ ਨਾਲ ਮਨੁੱਖ ਨੂੰ ਜੋ ਇੱਛਾ ਕਰਦਾ ਹੈ ਉਹੀ ਫਲ ਉਹ ਹਾਸਲ ਕਰਦਾ ਹੈ। ਸਾਧ ਕੇ ਸੰਗ ਨਾ ਬਿਰਥਾ ਜਾਵੇ, ਤਾਂ ਉਸਦੀ ਸਾਧੂ ਦੀ ਸੰਗਤ ਜਿਹੜੀ ਹੈ ਵਿਅਰਥ ਨਹੀਂ ਜਾਂਦੀ। ਪਾਰ ਬ੍ਰਹਮ ਸਾਧ ਰਿਦ ਵਸੇ, ਨਾਨਕ ਉਦਰੇ ਸਾਧ ਸੁਨ ਰਸੇ। ਪਾਰ ਬ੍ਰਹਮ ਸਾਧੂ ਦੇ ਦਿਲ ਵਿੱਚ ਵਸਿਆ ਰਹਿੰਦਾ ਹੈ। ਨਾਨਕ ਉਦਰੇ ਸਾਧ ਸੁਨ ਰਸੇ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਸਾਧੂ ਦੀ ਜੀਭ ਤੋਂ ਉਪਦੇਸ਼ ਸੁਣ ਕੇ ਮਨੁੱਖ ਪਾਰ ਉਤਰ ਜਾਂਦਾ ਹੈ। ਨਾਨਕ ਉਦਰੇ ਪਾਰ ਉਤਰ ਜਾਂਦਾ ਹੈ, ਸਾਧ ਸੁਨ ਰਸੇ। ਸਾਧੂ ਦੀ ਜੀਭ ਤੋਂ ਉਪਦੇਸ਼ ਸੁਣ ਕੇ ਮਨੁੱਖ ਪਾਰ ਲੰਘ ਜਾਂਦਾ ਹੈ। ਸਾਧ ਕੇ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ। ਸਾਧੂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਸੁਣਨਾ ਚਾਹੀਦਾ ਹੈ। ਸਾਧ ਕੇ ਸੰਗ ਸੁਨੋ ਹਰ ਨਾਉ, ਸਾਧੂ ਦੀ ਸੰਗਤ ਵਿੱਚ ਪਰਮਾਤਮਾ ਦਾ ਨਾਮ ਸੁਣਨਾ ਚਾਹੀਦਾ ਹੈ। ਸਾਧ ਸੰਗ ਹਰ ਕੇ ਗੁਣ ਗਾਓ, ਸਾਧ ਸੰਗਤ ਵਿੱਚ ਪਰਮੇਸ਼ਵਰ ਦੇ ਗੁਣ ਗਾਉਣੇ ਚਾਹੀਦੇ ਹਨ। ਸਾਧ ਕੇ ਸੰਗ ਨਾ ਮੰਤੇ ਬਿਸਰੇ, ਸਾਧ ਸੰਗ ਸਰ ਪਰ ਨਿਸਤਰੇ। ਸਾਧ ਕੇ ਸੰਗ ਨਾ ਮੰਤੇ ਬਿਸਰੇ, ਸਾਧੂਆਂ ਦੀ ਸੰਗਤ ਵਿੱਚ ਵਾਹਿਗੁਰੂ ਮਨ ਤੋਂ ਨਹੀਂ ਵਿਸਰਦਾ, ਮਨ ਤੋਂ ਨਹੀਂ ਭੁੱਲਦਾ। ਸਾਧ ਸੰਗ ਸਰ ਪਰ ਨਿਸਤਰੇ, ਸਾਧਾਂ ਦੀ ਸੰਗਤ ਵਿੱਚ ਨਿਸ਼ਚੇ ਹੀ ਮਨੁੱਖ ਦਾ ਪਾਰ ਉਤਾਰਾ ਹੁੰਦਾ ਹੈ। ਸਾਧ ਸੰਗ ਸਰ ਪਰ ਨਿਸਤਰੇ, ਨਿਸ਼ਚੇ ਹੀ ਮਨੁੱਖ ਦਾ ਪਾਰ ਉਤਾਰਾ ਹੁੰਦਾ ਹੈ। ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ ਕਟ ਕਟ ਡੀਠਾ। ਸਾਧੂ ਦੀ ਸੰਗਤ ਵਿੱਚ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ। ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ। ਸਾਧੂਆਂ ਦੀ ਸੰਗਤ ਵਿੱਚ ਜੁੜਿਆਂ ਪਰਮਾਤਮਾ ਹਰੇਕ ਜੀਵ ਵਿੱਚ ਦਿਸਦਾ ਹੈ। ਸਾਧੂ ਕੇ ਸੰਗ ਘਟ ਘਟ ਡੀਠਾ, ਘਟ ਘਟ ਹਰੇਕ ਜੀਵ ਵਿੱਚ, ਕਣ ਕਣ ਵਿੱਚ ਪਰਮਾਤਮਾ ਹੀ ਦਿਖਦਾ ਹੈ। ਸਾਧ ਸੰਗ ਪਈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧੂ ਦੀ ਸੰਗਤ ਕਰਨ ਨਾਲ ਜੀਵ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ। ਸਾਧ ਸੰਗ ਪਈ ਆਗਿਆਕਾਰੀ, ਜੀਵ ਹੁਕਮ ਮੰਨਣ ਵਾਲਾ ਹੋ ਜਾਂਦਾ ਹੈ। ਸਾਧ ਸੰਗਤ ਵਿੱਚ ਸਾਡਾ ਵੀ ਕਲਿਆਣ ਹੋ ਗਿਆ ਹੈ। ਸਾਧ ਸੰਗਤ ਪਈ ਹਮਾਰੀ, ਗਤ ਪਈ ਹਮਾਰੀ, ਕਿ ਸਾਡਾ ਵੀ ਕਲਿਆਣ ਹੋ ਗਿਆ ਹੈ। ਸਾਧੂ ਕੇ ਸੰਗ ਘਟ ਘਟ ਡੀਠਾ, ਸਾਧ ਕੇ ਸੰਗ ਮਿਟੇ ਸਭ ਰੋਗ, ਸਾਧ ਸੰਗ ਭੇਟੇ ਸੰਜੋਗ। ਸਾਧੂ ਦੀ ਸੰਗਤ ਵਿੱਚ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਸਾਧ ਕੇ ਸੰਗ ਮਿਟੇ ਸਭ ਰੋਗ, ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨਾਨਕ ਸਾਧ ਭੇਟੇ ਸੰਜੋਗ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ, ਸਾਧੂਆਂ ਨਾਲ ਮੁਲਾਕਾਤ ਸੰਜੋਗਾਂ ਨਾਲ ਹੀ ਹੁੰਦੀ ਹੈ। ਭੇਟੇ ਸੰਜੋਗ, ਕਿ ਭੇਟੇ ਉਹਨਾਂ ਨਾਲ ਮੁਲਾਕਾਤ ਸੰਜੋਗਾਂ ਨਾਲ ਹੀ ਹੁੰਦੀ ਹੈ।
ਇੱਥੇ ਇੱਕ ਅਸ਼ਟਪਦੀ ਦੀ ਲਾਈਨ ਹੈ, ਜੋ ਇੱਛੇ ਸੋਈ ਫਲ ਪਾਵੇ, ਸਾਧ ਕੇ ਸੰਗ ਨਾ ਬਿਰਥਾ ਜਾਵੇ। ਇਸ ਨੂੰ ਵਿਆਖਿਆ ਕਰਦੀ ਹੋਈ ਇੱਕ ਸਾਖੀ ਹੈ, ਜੋ ਇੱਛੇ ਸੋਈ ਫਲ ਪਾਵੇ ਦੀ ਸਾਖੀ ਹੈ ਰਾਜੇ ਹਰੀਚੰਦ ਦੀ। ਇਸ ਨੂੰ ਇਹ ਬਿਆਨ ਕਰਦੀ ਹੈ ਇਹ ਸਾਖੀ। ਰਾਜੇ ਹਰੀਚੰਦ ਦੀ ਰਾਣੀ ਰੋਜ਼ਾਨਾ ਰਾਤ ਨੂੰ ਸਤਸੰਗ ਵਿੱਚ ਜਾ ਕੇ ਗੁਰਬਾਣੀ ਦੀ ਕਥਾ ਸੁਣਦੀ ਹੁੰਦੀ ਸੀ। ਇੱਕ ਦਿਨ ਰਾਜੇ ਨੂੰ ਪਤਾ ਲੱਗਾ ਤਾਂ ਉਸਨੇ ਰਾਣੀ ਦੇ ਮਗਰ ਜਾ ਕੇ ਉਸਦੇ ਪੈਰਾਂ ਦੀ ਇੱਕ ਜੁੱਤੀ ਚੁੱਕ ਲਿਆਂਦੀ ਤੇ ਅਲਮਾਰੀ ਵਿੱਚ ਰੱਖ ਕੇ ਜੰਦਰਾ ਮਾਰ ਦਿੱਤਾ ਕਿ ਉਸਨੂੰ ਪੁੱਛੂੰਗਾ ਕਿ ਉਹ ਕਿੱਥੇ ਜਾਂਦੀ ਸੀ ਰੋਜ਼ ਰਾਤ ਨੂੰ। ਜਦੋਂ ਕਥਾ ਦਾ ਭੋਗ ਪੈਣ ਤੋਂ ਬਾਅਦ ਰਾਣੀ ਉੱਠ ਕੇ ਬਾਹਰ ਆ ਕੇ ਆਪਣੀ ਜੁੱਤੀ ਲੱਭਣ ਲੱਗੀ। ਉਸਨੂੰ ਇੱਕ ਹੀ ਜੁੱਤੀ ਦਿਖੀ, ਦੂਸਰੀ ਜੁੱਤੀ ਉਸਨੂੰ ਨਹੀਂ ਲੱਭੀ। ਤਾਂ ਉਸਨੇ ਸੋਚਿਆ ਕਿ ਅਗਰ ਰਾਜੇ ਨੂੰ ਪਤਾ ਲੱਗ ਗਿਆ ਤਾਂ ਉਹ ਨਾਰਾਜ਼ ਹੋਵੇਗਾ। ਤਾਂ ਉਸੇ ਵੇਲੇ ਉਸਨੇ ਅੰਤਰ ਧਿਆਨ ਹੋ ਕੇ ਇਹ ਅਰਾਧਿਆ, ਇਹ ਉਸਨੇ ਇੱਛਾ ਕੀਤੀ ਕਿ ਉਸਦੀ ਦੂਸਰੀ ਜੁੱਤੀ ਵੀ ਹੂਬਹੂ ਉਸਦੇ ਨਾਲ ਦੀ ਦੂਸਰੀ ਜੁੱਤੀ ਵੀ ਉਸਨੂੰ ਮਿਲ ਜਾਏ। ਤਾਂ ਉਸਨੂੰ ਉਸੇ ਤਰ੍ਹਾਂ ਦੀ ਜੁੱਤੀ ਮਿਲ ਗਈ। ਤਾਂ ਰਾਣੀ ਦੋਨੋਂ ਜੁੱਤੀਆਂ ਪਾ ਕੇ ਆਪਣੇ ਜੋ ਜੋੜਾ ਹੈ ਆਪਣਾ ਪਾ ਕੇ ਜੁੱਤੀਆਂ ਦਾ ਘਰ ਵਿੱਚ ਆ ਗਈ। ਤਾਂ ਇਹ ਸਾਖੀ ਇਸ ਨੂੰ ਬਿਆਨ ਕਰਦੀ ਹੈ ਕਿ ਜੋ ਇੱਛੇ ਸੋਈ ਫਲ ਪਾਵੇ, ਕਿ ਦੇਖੋ ਰਾਣੀ ਨੇ ਜੋ ਇੱਛਾ ਕੀਤੀ ਉਹੀ ਫਲ ਪਾ ਲਿਆ। ਸਾਧ ਕੇ ਸੰਗ ਨਾ ਬਿਰਥਾ ਜਾਵੇ, ਕਿ ਇਹ ਸਾਧਾਂ ਦੀ ਸੰਗਤ ਇਹ ਬਿਰਥਾ ਨਹੀਂ ਜਾਂਦੀ। ਜੋ ਕੋਈ ਆਪਣੀ ਇੱਛਾ ਕਰਦਾ ਹੈ ਉਸਨੂੰ ਉਹ ਫਲ ਪ੍ਰਾਪਤ ਹੁੰਦਾ ਹੈ। ਇੱਕ ਅਸ਼ਟਪਦੀ ਦੀਆਂ ਇੱਕ ਹੋਰ ਲਾਈਨਾਂ, ਸਾਧ ਕੇ ਸੰਗ ਨਾ ਮਨ ਤੇ ਬਿਸਰੇ, ਸਾਧ ਸੰਗ ਸਰ ਪਰ ਨਿਸਤਰੇ, ਕਿ ਸੰਤਾਂ ਦੇ ਸੰਗ ਕਰਕੇ ਜੀਵ ਦੇ ਮਨ ਵਿੱਚੋਂ ਪ੍ਰਭੂ ਭੁੱਲਦਾ ਨਹੀਂ ਹੈ ਤੇ ਸੰਤਾਂ ਦੇ ਸੰਗ ਕਰਕੇ ਜੀਵ ਸਰ ਪਰ ਹੁੰਦਾ ਜ਼ਰੂਰ, ਨਿਸਤਰੇ ਤਰ ਜਾਂਦਾ ਹੈ, ਕਿ ਜੀਵ ਜ਼ਰੂਰ ਹੀ ਤਰ ਜਾਂਦਾ ਹੈ। ਇਹਨਾਂ ਨੂੰ ਬਿਆਨ ਕਰਦੀ ਇੱਕ ਸਾਖੀ ਹੈ ਗਨਿਕਾ ਦੀ। ਗਨਿਕਾ ਇੱਕ ਵੇਸ਼ਵਾ ਹੁੰਦੀ ਸੀ, ਉਸਦਾ ਕੰਮ ਵੇਸ਼ਵਾ ਦਾ ਸੀ। ਤੇ ਇੱਕ ਦਿਨ ਬਾਰਿਸ਼ ਬਹੁਤ ਪੈ ਰਹੀ ਸੀ ਤੇ ਉਸਦੇ ਮਕਾਨ ਦੇ ਹੇਠਾਂ ਇੱਕ ਮਹਾਤਮਾ ਆ ਕੇ ਖਲੋ ਗਏ। ਤਾਂ ਜਦੋਂ ਉਸਨੂੰ ਗਨਿਕਾ ਨੂੰ ਪਤਾ ਲੱਗਾ ਕਿ ਤਾਂ ਉਸਨੇ ਉਹਨਾਂ ਨੂੰ ਉੱਪਰ ਸੱਦ ਕੇ ਬੜੇ ਸਤਿਕਾਰ ਨਾਲ ਸੇਵਾ ਕੀਤੀ। ਤਾਂ ਮਹਾਤਮਾ ਬਹੁਤ ਖੁਸ਼ ਹੋਏ। ਤਾਂ ਉਹਨਾਂ ਨੇ ਇਹ ਸੋਚਿਆ ਕਿ ਇਸ ਨੂੰ ਸਿਰਫ ਉਪਦੇਸ਼ ਹੀ ਦੇਣਾ ਕਾਫੀ ਨਹੀਂ ਹੈ, ਕਿਉਂਕਿ ਇਸਨੇ ਬਹੁਤ ਸੇਵਾ ਕੀਤੀ ਹੈ ਤੇ ਇਸ ਨੂੰ ਤਾਰਨਾ ਵੀ ਬਹੁਤ ਜ਼ਰੂਰੀ ਹੈ। ਤਾਂ ਸੰਤਾਂ ਦੇ ਪਾਸ ਇੱਕ ਤੋਤਾ ਸੀ ਤਾਂ ਉਸਨੇ ਗਨਿਕਾ ਨੂੰ ਤੋਤਾ ਦੇ ਕੇ ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ ਨੂੰ ਰੋਜ਼ ਰਾਮ ਰਾਮ ਪੜ੍ਹਾਇਆ ਕਰ। ਇਹ ਗੱਲ ਕਹਿ ਕੇ ਸੰਤ ਚਲੇ ਗਏ। ਪਿੱਛੋਂ ਗਨਿਕਾ ਨੂੰ ਅਜਿਹੀ ਲੱਗਣ ਲੱਗ ਗਈ ਜੋ ਅੰਮ੍ਰਿਤ ਵੇਲੇ ਰੋਜ਼ ਉੱਠ ਕੇ ਤੋਤੇ ਨੂੰ ਰਾਮ ਰਾਮ ਪੜ੍ਹਾਇਆ ਕਰੇ। ਰਾਮ ਨਾਮ ਦੇ ਪ੍ਰਤਾਪ ਕਰਕੇ ਉਹ ਸੰਸਾਰ ਤੋਂ ਤਰ ਕੇ ਬੈਕੁੰਠ ਧਾਮ ਵਿੱਚ ਚਲੀ ਗਈ। ਤਾਂ ਇਸ ਜੋ ਅਸ਼ਟਪਦੀ ਦੀ ਇਸ ਨੂੰ ਵਿਆਖਿਆ ਕਰਦੀ ਇਹ ਗਨਿਕਾ ਦੀ ਸਾਖੀ ਹੈ ਕਿ ਸਾਧ ਕੇ ਸੰਗ ਨਾ ਮਨ ਤੇ ਬਿਸਰੇ, ਕਿ ਜਦੋਂ ਸੰਤਾਂ ਦਾ ਸਾਨੂੰ ਸੰਗ ਹੋ ਜਾਂਦਾ ਹੈ ਤਾਂ ਜੀਵ ਦੇ ਮਨ ਵਿੱਚੋਂ ਇਹ ਪ੍ਰਭੂ ਭੁੱਲਦਾ ਨਹੀਂ ਹੈ। ਉਹ ਸੰਤਾਂ ਦਾ ਸੰਗ ਹੋ ਗਿਆ। ਮਹਾਤਮਾ ਨੇ ਉਸਨੂੰ ਕਿਹਾ ਕਿ ਸਵੇਰੇ ਉੱਠ ਕੇ ਰੋਜ਼ ਰਾਮ ਰਾਮ ਪੜ੍ਹਾਇਆ ਕਰਨਾ ਹੈ, ਤਾਂ ਉਸਨੂੰ ਪ੍ਰਭੂ ਭੁੱਲਿਆ ਨਹੀਂ। ਉਸਦੀ ਇੱਕ ਰੂਟੀਨ ਬਣ ਗਈ ਕਿ ਮੈਂ ਸਵੇਰੇ ਉੱਠ ਕੇ ਇਹ ਕੰਮ ਜ਼ਰੂਰ ਕਰਨਾ ਹੈ। ਪ੍ਰਭੂ ਨੂੰ ਉਸਨੇ ਵਿਸਾਰਿਆ ਨਹੀਂ, ਉਹ ਹਰ ਰੋਜ਼ ਉਸਦਾ ਨਿਤਨੇਮ ਬਣ ਗਿਆ। ਤੇ ਉਸਦਾ ਫਾਇਦਾ ਉਸਨੂੰ ਕੀ ਹੋਇਆ? ਸਾਧ ਸੰਗ ਸਰ ਪਰ ਨਿਸਤਰੇ, ਤੇ ਸੰਤਾਂ ਦੇ ਸੰਗ ਕਰਕੇ ਉਸਦਾ ਉਹ ਤਰ ਗਈ। ਉਸਦਾ ਸਾਰਾ ਆਵਾਗਮਨ ਦਾ ਚੱਕਰ ਖਤਮ ਹੋ ਗਿਆ। ਉਸਦਾ ਇਹ ਲੋਕ ਵੀ ਸੁਹੇਲਾ ਹੋ ਗਿਆ ਤੇ ਪਰਲੋਕ ਵੀ ਸੁਹੇਲਾ ਹੋ ਗਿਆ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਬਿਆਨ ਕਰਦੇ ਹਨ ਕਿ ਸਾਧੂਆਂ ਦੀ ਸੰਗਤ ਕਦੇ ਵੀ ਵਿਅਰਥ ਨਹੀਂ ਜਾਂਦੀ ਤੇ ਇਹ ਸਾਧੂਆਂ ਦੀ ਸੰਗਤ ਨਾਲ ਪ੍ਰਭੂ ਜੋ ਹੈ ਉਹ ਸਾਡੇ ਮਨ ਵਿੱਚ ਹਮੇਸ਼ਾ ਟਿਕੇ ਰਹਿੰਦੇ ਹਨ। ਸਾਨੂੰ ਉਹਨਾਂ ਦੀ ਜੋ ਅਸੀਂ ਵਿਸਰਦੇ ਨਹੀਂ ਹਾਂ, ਅਸੀਂ ਗਲਤ ਕੰਮਾਂ ਵੱਲ ਨਹੀਂ ਲੱਗਦੇ, ਕਿਉਂਕਿ ਸਾਡੇ ਮਨ ਵਿੱਚ ਉਹ ਪ੍ਰਭੂ ਦੀ ਯਾਦ ਹਮੇਸ਼ਾ ਬਣੀ ਰਹਿੰਦੀ ਹੈ। ਤੇ ਇਸ ਪ੍ਰਭੂ ਦੀ ਯਾਦ ਦਾ ਸਾਨੂੰ ਇਹ ਫਾਇਦਾ ਮਿਲਦਾ ਹੈ ਕਿ ਅਸੀਂ ਸਹੀ ਮਾਰਗ 'ਤੇ ਚੱਲਦੇ ਹਾਂ ਤੇ ਅਸੀਂ ਇੱਥੇ ਦੁਨੀਆ ਵਿੱਚ ਵਿਚਰਦੇ ਹੋਏ ਵੀ ਸਾਡਾ ਇਹ ਲੋਕ ਵੀ ਸੁਹੇਲਾ ਹੋ ਜਾਂਦਾ ਹੈ ਤੇ ਪਰਲੋਕ ਵੀ ਸਾਡਾ ਸਫਲਾ ਹੋ ਜਾਂਦਾ, ਸਾਡਾ ਜਨਮ ਸਫਲਾ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਅੱਜ ਇੱਥੇ ਹੀ ਸਮਾਪਤੀ ਕਰਾਂਗੇ। ਸਾਡੇ ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਕਿ ਇੱਥੋਂ ਤੱਕ ਹੀ ਅਸੀਂ ਅੱਜ ਸਮਾਪਤੀ ਕਰਾਂਗੇ। ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਸਾਧੂਆਂ ਦੀ ਸੰਗਤ ਦੇ ਨਾਲ ਮਿਟੇ ਸਭ ਰੋਗ, ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ,
ਪਰ ਸਾਧੂਆਂ ਦੀ ਸੰਗਤ ਕੀ ਹੈ, ਸੰਜੋਗਾਂ ਨਾਲ ਹੀ ਮਿਲਦੀ ਹੈ। ਭਲੇ ਸਾਡੇ ਕਰਮ ਹੋਣ, ਚੰਗੇ ਕਰਮਾਂ ਨਾਲ ਹੀ ਸਾਨੂੰ ਸਾਧੂਆਂ ਦੀ ਸੰਗਤ ਨਸੀਬ ਹੁੰਦੀ ਹੈ। ਅੱਗੇ ਅਸੀਂ ਅਗਲੀ ਵੀਡੀਓ 'ਚ ਕੰਟੀਨਿਊ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।